Welcome to Victor's Knowledge. This is Chinu Sharma, and today I am going to discuss a very important topic from the upcoming Punjab Sub Inspector exam. So ਜਿਹੜਾ ਸਬ ਇੰਸਪੈਕਟਰ ਦਾ ਜੇ ਤੁਸੀਂ ਸਿਲੇਬਸ ਦੇਖਿਆ ਹੋਊਗਾ ਤਾਂ ਉਹਦੇ ਵਿੱਚ ਇੱਕ ਅਲੱਗ ਤੋਂ ਸਬਜੈਕਟ ਮੈਂਸ਼ਨ ਹੈ ਡਿਜੀਟਲ ਅਵੇਅਰਨੈਸ ਦਾ। ਸੋ ਡਿਜੀਟਲ ਅਵੇਅਰਨੈਸ ਦੇ ਅੰਦਰ ਇੱਕ ਟੌਪਿਕ ਲਿਖਿਆ ਹੋਇਆ ਹੈ ਇਨਸਟੈਂਟ ਮੈਸੇਜਿੰਗ ਐਪਲੀਕੇਸ਼ਨਸ ਦਾ ਤੇ ਨਾਲ ਸਿਲੇਬਸ ਦੇ ਵਿੱਚ ਸਿਰਫ ਲਿਖਿਆ ਹੋਇਆ ਹੈ WhatsApp, Signal ਐਟਸੈਟਰਾ। ਸੋ ਆਪਾਂ ਅੱਜ ਇਸ ਲੈਕਚਰ ਦੇ ਅੰਦਰ ਡੀਪਲੀ ਦੇਖਾਂਗੇ ਕਿ ਇਨਸਟੈਂਟ ਮੈਸੇਜਿੰਗ ਹੈ ਕਿ ਐਪਲੀਕੇਸ਼ਨਸ ਕਿਹੜੀਆਂ ਨੇ ਤੇ ਇਹਦੇ ਵਿੱਚ ਆਪਾਂ 15-20 ਜਿਹੜੀਆਂ ਮੇਜਰ ਐਪਲੀਕੇਸ਼ਨਸ ਨੇ ਉਹਨਾਂ ਦੀਆਂ ਕੰਪਨੀਆਂ ਤੇ ਉਹਨਾਂ ਦੇ ਫੰਕਸ਼ਨ ਦੇਖਾਂਗੇ ਨਾਲ ਹੀ 6 ਇੰਪੋਰਟੈਂਟ ਮੈਸੇਜਿੰਗ ਐਪਲੀਕੇਸ਼ਨਸ ਦੇਖਾਂਗੇ ਡੀਟੇਲ ਦੇ ਵਿੱਚ। ਸੋ ਹੁਣ ਆਪਾਂ ਸਟਾਰਟ ਕਰਦੇ ਹਾਂ। ਸੋ ਫਰਸਟਲੀ ਮੈਸੇਜਿੰਗ ਐਪ ਕੀ ਹੈ? ਮੈਸੇਜਿੰਗ ਐਪ ਹੈ ਜਿਹਨੂੰ ਆਪਾਂ ਸੋਸ਼ਲ ਮੈਸੇਜਿੰਗ ਜਾਂ ਚੈਟ ਐਪਲੀਕੇਸ਼ਨ ਵੀ ਕਹਿ ਦਿੰਦੇ ਆ। ਇਹ ਕੁਝ ਐਪ ਨੇ ਜਿਹੜੇ ਕਿ ਜਿਵੇਂ ਆਪਾਂ ਆਪਣੇ ਫੋਨ ਵਗੈਰਾ 'ਚ ਇੰਸਟਾਲ ਕਰਦੇ ਹਾਂ, ਆਪਾਂ ਯੂਜ਼ ਕਰਦੇ ਹਾਂ। ਮੋਸਟਲੀ ਆਪਾਂ ਸਾਰਿਆਂ ਨੂੰ ਜੇ WhatsApp ਦੀ ਐਗਜ਼ਾਮਪਲ ਦੇਵਾਂ ਤਾਂ ਬਹੁਤ ਚੰਗੀ ਤਰ੍ਹਾਂ ਸਮਝ ਆ ਜਾਊਗਾ ਕਿ WhatsApp ਹੈ ਜਿਵੇਂ ਉਹ ਇੱਕ ਮੈਸੇਜਿੰਗ ਐਪ ਹੈ ਤੇ ਇਹ ਆਪਾਂ ਨੂੰ ਇੱਕ ਪਲੇਟਫਾਰਮ ਦਿੱਤਾ ਹੋਇਆ ਇੱਕ ਡਿਜੀਟਲ ਪਲੇਟਫਾਰਮ ਹੈ ਜਿਹਦੇ ਜ਼ਰੀਏ ਆਪਾਂ ਇੱਕਦਮ ਇੰਸਟੈਂਟਲੀ ਕੁਇਕਲੀ ਜਲਦੀ ਕਿਸੇ ਨੂੰ ਮੈਸੇਜ ਭੇਜ ਸਕਦੇ ਹਾਂ ਬਿਨਾਂ ਕਿਸੇ ਰੁਕਾਵਟ ਤੋਂ ਬਿਨਾਂ ਕਿਸੇ ਟਾਈਮ ਲੈਗ ਤੋਂ। ਸੋ ਮੈਸੇਜਿੰਗ ਐਪ ਦਾ ਕੀ ਮਤਲਬ ਹੈ? ਜਦੋਂ ਆਪਾਂ ਕਿਸੇ ਨਾਲ ਚੈਟ ਕਰਦੇ ਹਾਂ, ਕਿਸੇ ਨੂੰ ਮੈਸੇਜ ਭੇਜਦੇ ਹਾਂ, ਸੋ ਉਹ ਮੈਸੇਜ ਭੇਜਣ ਦੇ ਲਈ ਇੱਕ ਐਪ ਇੱਕ ਐਪਲੀਕੇਸ਼ਨ ਦਿੱਤੀ ਹੋਈ ਹੈ ਆਪਾਂ ਨੂੰ, ਇੱਕ ਜ਼ਰੀਆ ਦਿੱਤਾ ਹੋਇਆ ਇੱਕ ਪਲੇਟਫਾਰਮ that enable instant messaging. Many such apps have developed into broad platform। ਬਹੁਤ ਸਾਰੇ ਇਦਾਂ ਦੇ ਐਪ ਆਏ ਨੇ ਤੇ ਉਹਨਾਂ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਅਪਡੇਟ ਹੁੰਦੇ ਰਹਿੰਦੇ ਨੇ ਜਿਵੇਂ ਚੈਟ ਬੋਟਸ ਨੇ, ਪੇਮੈਂਟਸ ਵੀ ਅੱਜਕੱਲ ਤਾਂ ਹੋਣ ਲੱਗ ਗਈਆਂ ਤੇ ਈਵਨ ਬਿਜ਼ਨਸ ਵੀ ਅੱਜਕੱਲ ਆਪਾਂ ਕਰ ਸਕਦੇ ਹਾਂ ਥਰੂ ਥੀਸ ਮੈਸੇਜਿੰਗ ਐਪਸ। ਸੋ ਜਿਹੜੇ ਐਪਸ ਨੇ ਇੱਕ ਸੈਂਟਰਲਾਈਜ਼ਡ ਨੈਟਵਰਕ ਇਹਨਾਂ ਨੂੰ ਰਨ ਕਰਦਾ ਹੈ। ਸੋ ਜਿਹੜੀ ਇਹਨਾਂ ਦੀ ਮੇਨ ਕੰਪਨੀ ਹੈ ਉਹ ਇੱਕ ਜਗ੍ਹਾ ਤੇ ਬੈਠ ਕੇ ਜਿੱਥੋਂ ਇਹਨਾਂ ਨੂੰ ਸਾਰਾ ਇਹਨਾਂ ਦੇ ਜਿਹੜੇ ਪ੍ਰੋਟੋਕੋਲਸ ਨੇ IP ਹੈ ਉਹ ਸਭ ਕੁਝ ਦੇਖ ਕੇ ਸਿਕਿਉਰਿਟੀ ਪ੍ਰੋਵਾਈਡ ਕਰਕੇ ਇਹ ਸਾਰੇ ਜਿਹੜੇ ਐਪਸ ਨੇ ਇਹਨਾਂ ਨੂੰ ਚਲਾਉਂਦਾ ਹੈ। ਇਹਨਾਂ ਨੂੰ ਇੱਕ ਨੈਟਵਰਕ ਦਿੱਤਾ ਹੋਇਆ ਹੈ, ਇੱਕ ਆਪਾਂ ਕਹਿ ਸਕਦੇ ਹਾਂ ਕਿ ਇੱਕ ਚੈਨਲ ਹੈ ਜਿਹੜਾ ਚੈਨਲ ਕੰਡਕਟ ਕਰਦਾ ਕਿ ਕਿਸੇ ਐਪਲੀਕੇਸ਼ਨ ਨੇ ਕਿਵੇਂ ਚੱਲਣਾ ਹੈ। ਸੋ ਜਿਵੇਂ ਇੱਕ ਬੰਦਾ ਦੂਜੇ ਬੰਦੇ ਨੂੰ ਮੈਸੇਜ ਭੇਜਦਾ, ਉਹ ਮੈਸੇਜ ਭੇਜਣ ਦੇ ਲਈ ਇੱਕ ਨੈਟਵਰਕ ਤਿਆਰ ਕਰਦਾ ਜਿਹੜਾ ਨੈਟਵਰਕ ਹੈ ਇਨਵਿਜ਼ੀਬਲ ਨੈਟਵਰਕ ਹੈ, ਇੱਕ ਡਿਜੀਟਲ ਕੰਟੈਂਟ ਹੈ, ਇਲੈਕਟ੍ਰੋਨਿਕ ਨੈਟਵਰਕ ਹੈ। ਜਿਵੇਂ ਆਪਣੇ ਜਿਵੇਂ ਪਹਿਲੇ ਜ਼ਮਾਨੇ 'ਚ ਕੀ ਹੁੰਦਾ ਸੀ ਕਿ ਟੈਲੀਫੋਨ ਵਗੈਰਾ ਹੁੰਦੀਆਂ ਸੀ, ਉਹਨਾਂ ਦੀ ਤਾਰਾਂ ਹੁੰਦੀਆਂ ਸੀ। ਸੋ ਇਹਦੇ ਵਿੱਚ ਏਦਾਂ ਦਾ ਕੁਝ ਨਹੀਂ ਹੈ, ਇਹ ਇੱਕ ਇਨਵਿਜ਼ੀਬਲ ਪਲੇਟਫਾਰਮ ਹੈ। ਆਪਾਂ ਨੂੰ ਇੱਕ ਤਰ੍ਹਾਂ ਦਾ ਉਹਨਾਂ ਨੇ ਸਰਵਰ ਪ੍ਰੋਵਾਈਡ ਕਰਤਾ, ਇੱਕ ਪਲੇਟਫਾਰਮ ਦੇਤਾ ਜਿਹਦੇ ਜ਼ਰੀਏ ਆਪਾਂ ਕੁਇਕਲੀ ਈਜ਼ੀਲੀ ਕਿਸੇ ਦੇ ਨਾਲ ਵੀ ਚੈਟ ਕਰ ਸਕਦੇ ਹਾਂ ਬਿਨਾਂ ਕਿਸੇ ਵੀ ਫਿਜ਼ੀਕਲ ਬੈਰੀਅਰ ਤੋਂ। ਸੋ ਇੰਪੋਰਟੈਂਟ ਪਪੂਲਰ ਮੈਸੇਜਿੰਗ ਐਪ ਕਿਹੜੇ ਨੇ? WhatsApp ਹੋ ਗਿਆ, Signal, Facebook Messenger, WeChat, QQ Messenger, Telegram, Viber, Line, Snapchat। ਸੋ ਇਹ ਕੁਝ ਇੰਪੋਰਟੈਂਟ ਨਾਮ ਨੇ। ਹਿਸਟਰੀ ਕੀ ਹੈ ਮੈਸੇਜਿੰਗ ਐਪਲੀਕੇਸ਼ਨ ਦੀ, ਸਟਾਰਟ ਕਿੱਥੋਂ ਹੋਏ? ਸੋ ਜੇ ਆਪਾਂ ਹਿਸਟਰੀ ਦੀ ਗੱਲ ਕਰਾਂਗੇ ਤਾਂ ਸਭ ਤੋਂ ਪਹਿਲਾਂ ਜਿਹੜੀ ਡੇਟ ਆਊਗੀ ਉਹ ਆਊਗੀ 1961 ਦੀ। 1961 ਦੇ ਵਿੱਚ MIT ਨੇ ਇੱਕ ਕੰਪਿਊਟੇਸ਼ਨ ਸੈਂਟਰ ਸੀ ਉਹਨਾਂ ਦਾ, ਉੱਥੇ ਉਹਨਾਂ ਨੇ ਇੱਕ ਕੰਪੈਟੀਬਲ ਟਾਈਮ ਸ਼ੇਅਰਿੰਗ ਸਿਸਟਮ ਤਿਆਰ ਕੀਤਾ। ਇਹ ਟਾਈਮ ਸ਼ੇਅਰਿੰਗ ਸਿਸਟਮ ਦੇ ਵਿੱਚ ਕੀ ਸੀ? ਟੈਕਸਟ ਮੈਸੇਜ ਅਪ ਟੂ 30 ਪੀਪਲ ਕਰ ਸਕਦੇ ਸੀ। ਮਤਲਬ ਕਿ ਪਹਿਲੀ ਵਾਰੀ ਜਦੋਂ ਇਹ ਮੈਸੇਜਿੰਗ ਐਪਲੀਕੇਸ਼ਨ ਬਣੀ, ਤਿਆਰ ਕੀਤੀ ਗਈ, ਕਿਹਦੇ ਦੁਆਰਾ ਤਿਆਰ ਕੀਤੀ ਗਈ? MIT ਦੇ ਕੰਪਿਊਟੇਸ਼ਨ ਸੈਂਟਰ ਦੇ ਦੁਆਰਾ। ਤੇ ਇਸ ਦੇ ਵਿੱਚ ਹੈ ਕੀ ਸੀ? 30 ਬੰਦਿਆਂ ਤੱਕ ਮੈਸੇਜ ਭੇਜਿਆ ਜਾ ਸਕਦਾ ਸੀ ਬਿਨਾਂ ਕਿਸੇ ਰੁਕਾਵਟ ਤੋਂ। ਸੋ ਆਪਾਂ ਇੱਕ ਕੁਐਸਚਨ ਇੰਪੋਰਟੈਂਟ ਹੈ ਯਾਦ ਰੱਖਣਾ ਹੈ ਕਿ ਜਦੋਂ ਮੈਸੇਜਿੰਗ ਐਪਲੀਕੇਸ਼ਨ ਸਟਾਰਟ ਹੋਈ ਤਾਂ ਕਿੰਨੇ ਬੰਦਿਆਂ ਨੂੰ ਆਪਾਂ ਮੈਸੇਜ ਭੇਜ ਸਕਦੇ ਸੀ? 30 ਪੀਪਲ। The first dedicated online, ਇਹ ਤਾਂ ਸੀ ਜਨਰਲ। ਆਪਾਂ ਜੇ ਇੱਕ ਆਨਲਾਈਨ ਚੈਟ ਪਲੇਟਫਾਰਮ ਦੀ ਗੱਲ ਕਰੀਏ, ਇਹ ਕੋਈ ਮਤਲਬ ਇੱਕ ਤਰ੍ਹਾਂ ਨਾਲ ਕਮਿਊਨੀਕੇਸ਼ਨ ਸੀ ਜਿਹਦੇ ਵਿੱਚ ਕਿ ਆਪਾਂ ਟੈਕਸਟ ਮੈਸੇਜ ਭੇਜ ਸਕਦੇ ਸੀ। ਜੇ ਆਪਾਂ ਨੇ 1-to-1 ਚੈਟ ਕਰਨੀ ਹੈ ਤਾਂ ਉਹ ਪਹਿਲੀ ਵਾਰੀ ਰੈਕੋਗਨਾਈਜ਼ ਕੀਤੀ ਸੀ CompuServe ਇਸ ਨਾਮ ਦੀ ਕੰਪਨੀ ਨੇ। ਤੇ ਇਸ ਐਪ ਦਾ ਨਾਮ ਕੀ ਸੀ? ਆਨਲਾਈਨ ਚੈਟ ਪਲੇਟਫਾਰਮ ਦਾ ਨਾਮ ਕੀ ਸੀ? CB Simulator। ਸੋ ਇਹ ਇੰਪੋਰਟੈਂਟ ਆਪਾਂ ਨੇ ਯਾਦ ਰੱਖਣਾ ਕਿ ਪਹਿਲਾ organized online chat platform ਸੀ CompuServe ਨਾਮ ਦੀ ਕੰਪਨੀ ਦਾ CB Simulator। ਤੇ ਕਦੋਂ ਰਿਲੀਜ਼ ਹੋਇਆ? ਇਹ 1980 ਚ ਰਿਲੀਜ਼ ਹੋਇਆ। ਤੇ ਜਦੋਂ ਇਹ ਰਿਲੀਜ਼ ਹੋਇਆ ਇਹਨੂੰ ਯੂਜ਼ ਕਰਨ ਦੇ ਲਈ ਇੱਕ ਮੰਥਲੀ ਮੈਂਬਰਸ਼ਿਪ ਦੀ ਲੋੜ ਹੁੰਦੀ ਸੀ, ਆਪਾਂ ਨੂੰ ਹਰ ਮਹੀਨੇ ਪੈਸੇ ਦੇਣੇ ਪੈਂਦੇ ਸੀ ਇਹਨੂੰ ਯੂਜ਼ ਕਰਨ ਦੇ ਲਈ। 1996 ਦੇ ਵਿੱਚ
ਇੱਕ ਇਜ਼ਰਾਈਲ ਦੀ ਫਰਮ ਸੀ, ਕੰਪਨੀ ਸੀ ਜਿਹਦਾ ਨਾਮ ਸੀ ਮਿਰਾਬਿਲਿਸ। ਸੋ ਜਿਹੜੀ ਮਿਰਾਬਿਲਿਸ ਸੀ ਇਹਨੇ ICQ ਨਾਮ ਦਾ ਇੱਕ ਆਨਲਾਈਨ ਮੈਸੇਂਜਰ ਸਟਾਰਟ ਕੀਤਾ, ਇੱਕ ਆਨਲਾਈਨ ਪਲੇਟਫਾਰਮ ਚੈਟ ਕਰਨ ਦੇ ਲਈ। ICQ ਫੁੱਲ ਫਾਰਮ ਹੈ ICQ ਦੀ। ਸੋ ICQ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਕਿ ਇਹਦੀ ਫੁੱਲ ਫਾਰਮ ਕੀ ਹੈ, ਐਬਰੀਵੇਸ਼ਨ ਕੀ ਹੈ, ICQ। मतलब कि मैं तेनू देखूंगा, सीख का मतलब हुंदा है देखना। With increased globally increased smartphone usage, messaging apps surpassed SMS in message volume by 2030. In January 2015, the service WhatsApp alone accommodated 30 billion messages daily in comparison to about 20 million for SMS. ਸੋ ਬੇਸਿਕਲੀ ਇਹਦਾ ਕੀ ਮਤਲਬ ਹੈ ਕਿ ਜਿਹੜੇ ਪੁਰਾਣੇ ਜ਼ਮਾਨੇ ਵਾਲਾ ਆਪਣਾ 1 to 1 SMS ਭੇਜਣ ਦਾ ਤਰੀਕਾ ਹੁੰਦਾ ਸੀ, ਜਿਹੜਾ ਆਪਾਂ ਫੋਨ ਦੇ ਵਿੱਚ ਕਿਸੇ ਨੂੰ ਸ਼ਾਰਟ ਮੈਸੇਜ ਭੇਜਦੇ ਸੀ, ਉਸ ਚੀਜ਼ ਨੂੰ ਇਸ ਆਨਲਾਈਨ ਚੈਟ ਪਲੇਟਫਾਰਮ ਨੇ, ਜਿਹੜਾ ਇਨਸਟੈਂਟ ਮੈਸੇਜਿੰਗ ਐਪਲੀਕੇਸ਼ਨਸ ਨੇ, ਇਹਨਾਂ ਨੇ 2013 ਤੱਕ ਪੂਰੀ ਤਰ੍ਹਾਂ ਰਿਪਲੇਸ ਕਰਤਾ। ਤੇ 2015 ਜਨਵਰੀ ਦੀ ਜੇ ਗੱਲ ਕਰੀਏ ਤਾਂ WhatsApp ਕੱਲਾ 30 ਬਿਲੀਅਨ ਮੈਸੇजेस ਡੇਲੀ ਅਕੋਮੋਡੇਟ ਕਰਦਾ ਸੀ। ਸੋ ਤੁਸੀਂ ਇਹ ਚੀਜ਼ ਦੇਖ ਸਕਦੇ ਹੋ ਕਿ ਕਿੰਨੀ ਜਲਦੀ ਜਿਹੜੀ ਇਹ ਡਿਜੀਟਲ ਅਪਗ੍ਰੇਡੇਸ਼ਨ ਹੋਈ ਹੈ ਇਨਸਟੈਂਟ ਮੈਸੇਜਿੰਗ ਦੀ, ਇਹਨੇ ਪੁਰਾਣੇ ਜ਼ਮਾਨੇ ਵਾਲਾ ਜਿਹੜਾ SMS ਦਾ ਤਰੀਕਾ ਸੀ ਟੈਕਸਟ ਮੈਸੇਜ ਦਾ, ਉਹਨੂੰ ਰਿਪਲੇਸ ਕੀਤਾ। ਸੋ ਹੁਣ ਆਪਾਂ ਨੇ ਹਿਸਟਰੀ ਦੇ ਵਿੱਚੋਂ ਮੇਨ ਪਹਿਲਾਂ 1961 ਦਾ ਯਾਦ ਰੱਖਣਾ ਹੈ, ਫਿਰ ਯਾਦ ਰੱਖਣਾ ਹੈ ਕੰਪਿਊਸਰਵ, ਦੈਨ ICQ। ICQ ਮੈਂ ਤੁਹਾਨੂੰ ਦੱਸਿਆ ਕਿਸੇ ਨੂੰ ਫਾਈਂਡ ਕਰਨਾ, ਲੱਭਣਾ। ਸੋ ਇਹ ਸੀ ਇਜ਼ਰਾਈਲ ਦਾ। ਤੇ ਲਾਸਟ ਵਿੱਚ ਆਪਾਂ ਗੱਲ ਕਰਾਂਗੇ ਕਿ 2013 ਤੱਕ ਪੂਰੀ ਤਰ੍ਹਾਂ SMS ਨੂੰ ਰਿਪਲੇਸ ਕਰਤਾ। ਸੋ ਇਹਦੇ ਨਾਲ ਤੁਹਾਡੇ ਦਿਮਾਗ ਦੇ ਵਿੱਚ ਇੱਕ ਬੈਕਗ੍ਰਾਉਂਡ ਤਿਆਰ ਹੋ ਗਿਆ ਹੋ ਕਿ ਇਨਸਟੈਂਟ ਮੈਸੇਜਿੰਗ ਵਰਡ ਦਾ ਮਤਲਬ ਕੀ ਹੈ। ਸਿੰਪਲ ਮਤਲਬ ਹੈ ਚੈਟ ਕਰਨੀ ਕਿਸੇ ਆਨਲਾਈਨ ਐਪਲੀਕੇਸ਼ਨ ਦੇ ਥਰੂ। ਸੋ ਹੁਣ ਜੇ ਆਪਾਂ SMS ਦੇ ਨਾਲ ਕੰਪੇਅਰ ਕਰੀਏ ਤਾਂ ਆਪਣੇ ਕੋਲ ਕੁਝ ਡਿਫਰੈਂਟ ਸਾਹਮਣੇ ਆਉਣਗੇ। ਸੋ SMS ਦੀ ਫੁੱਲ ਫਾਰਮ ਕੀ ਹੈ, ਸ਼ਾਰਟ ਮੈਸੇਜ ਸਰਵਿਸ। ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਤੇ ਕਾਫੀ ਵਾਰੀ ਐਗਜ਼ਾਮ ਦੇ ਵਿੱਚ ਆਇਆ ਹੈ। ਸਿੰਪਲ ਕੁਐਸਚਨ ਹੈ ਬਟ ਇਹ ਇੰਪੋਰਟੈਂਟ ਹੈ। ਸ਼ਾਰਟ ਮੈਸੇਜ ਸਰਵਿਸ ਇਹਦੇ ਵਿੱਚ ਕੀ ਸੀ, ਆਪਾਂ ਆਪਣੇ ਸੈੱਲ ਫੋਨ ਦੇ ਦੁਆਰਾ ਟੈਕਸਟ ਮੈਸੇਜ ਭੇਜ ਸਕਦੇ ਸੀ ਬਿਨਾਂ ਇੰਟਰਨੈਟ ਕਨੈਕਸ਼ਨ ਤੋਂ। ਇਹ ਇੰਪੋਰਟੈਂਟ ਚੀਜ਼ ਯਾਦ ਰੱਖਣੀ ਹੈ। ਪਰ ਜਿਹੜਾ ਹੁਣ ਇਨਸਟੈਂਟ ਮੈਸੇਜਿੰਗ ਐਪਲੀਕੇਸ਼ਨ ਨੇ, ਇਹਨਾਂ ਨੂੰ ਇੰਟਰਨੈਟ ਦੀ ਲੋੜ ਹੈ। ਸੋ ਇਹ ਪਹਿਲਾ ਡਿਫਰੈਂਸ ਹੈ ਕਿ SMS ਨੂੰ ਇੰਟਰਨੈਟ ਦੀ ਲੋੜ ਨਹੀਂ ਹੈ, ਇਨਸਟੈਂਟ ਮੈਸੇਜਿੰਗ ਐਪਸ ਨੂੰ ਲੋੜ ਹੈ। ਦੂਜੇ ਨੰਬਰ ਤੇ ਜੇ ਆਪਾਂ ਗੱਲ ਕਰੀਏ ਤਾਂ ਜਿਹੜੇ SMS ਸੀ ਇਹ 2012 ਤੱਕ ਹੀ ਜ਼ਿਆਦਾ ਡੋਮੀਨੈਂਟ ਸੀ, ਇਹਨਾਂ ਦੀ ਪਪੂਲੈਰਿਟੀ ਸੀ। ਤੇ ਉਸ ਤੋਂ ਬਾਅਦ ਸਮਾਰਟਫੋਨ ਜ਼ਿਆਦਾ ਗਲੋਬਲੀ ਪਪੂਲਰ ਹੋ ਗਏ। ਜਿਹੜਾ SMS ਸੀਗਾ, ਇਹ ਜਿਹੜੇ ਆਪਣੇ ਟੈਲੀਫੋਨ ਸਰਵਿਸਿਜ਼ ਆਪਾਂ ਪੇ ਕਰਦੇ ਸੀ, ਪੈਕੇਜ ਲੈਂਦੇ ਸੀ, ਉਹਦੇ ਥਰੂ ਆਪਾਂ ਮੈਸੇਜ ਪੈਕ ਵਗੈਰਾ ਪਵਾਉਂਦੇ ਸੀ, ਫਿਰ ਆਪਾਂ ਕਿਸੇ ਨੂੰ SMS ਭੇਜ ਸਕਦੇ ਸੀ। ਪਰ ਜਿਹੜੇ ਹੁਣ ਇਨਸਟੈਂਟ ਮੈਸੇਜਿੰਗ ਐਪ ਨੇ ਜਿਵੇਂ WhatsApp ਹੈ, ਇਹਨੂੰ ਆਪਾਂ ਜਿਹੜਾ ਆਪਣੇ ਫੋਨ ਦਾ ਸਿੰਪਲ ਮਾਈਨਰ ਡੇਟਾ ਉਹਦੇ ਨਾਲ ਯੂਜ਼ ਕਰ ਸਕਦੇ ਹਾਂ। ਫ੍ਰੀਲੀ ਆਪਾਂ ਮੈਸੇਜ, ਕੋਈ ਆਪਾਂ ਨੂੰ ਅਲੱਗ ਤੋਂ ਕੱਲਾ WhatsApp ਯੂਜ਼ ਕਰਨ ਦੇ ਲਈ ਪੈਕ ਨਹੀਂ ਪਾਉਣਾ ਪੈਂਦਾ। ਜਿਹੜਾ ਆਪਣਾ ਬੇਸਿਕ ਪੂਰੇ ਫੋਨ ਚਲਾਉਣ ਲਈ ਨੈਟ ਪੈਕ ਜਾਂ ਕੋਈ ਵੀ ਪੈਕ ਹੈ, ਉਹਦੇ ਜਿਹੜਾ ਪੂਰਾ ਪੈਕੇਜ ਹੈ, ਕਈ ਵਾਰੀ ਕਾਲ ਵੀ ਨਾਲ ਫ੍ਰੀ ਮਿਲਦੀ ਹੈ ਜਾਂ ਕੁਝ ਆਪਾਂ ਨੂੰ ਮਿੰਟਸ ਮਿਲਦੇ ਨੇ। ਸੋ ਅਲੱਗ-ਅਲੱਗ ਕੰਪਨੀ ਦੇ ਆਪਣੇ ਅਲੱਗ-ਅਲੱਗ ਪੈਕੇजेस ਬਣਾਏ ਹੋਏ ਨੇ। ਸੋ ਉਹਨਾਂ ਪੈਕੇजेस ਦੇ ਅੰਦਰ ਹੀ ਆਪਾਂ ਇਹਨਾਂ ਐਪਸ ਨੂੰ ਯੂਜ਼ ਕਰ ਸਕਦੇ ਹਾਂ, ਕੋਈ ਅਲੱਗ ਤੋਂ ਆਪਾਂ ਨੂੰ ਫੀ ਮੈਂਬਰਸ਼ਿਪ ਪੇ ਨਹੀਂ ਕਰਨੀ ਪੈਂਦੀ। ਸੋ ਵਾਈਫਾਈ ਦੇ ਨਾਲ ਜਿਵੇਂ ਆਪਾਂ ਯੂਜ਼ ਕਰ ਸਕਦੇ ਹਾਂ ਤਾਂ ਫ੍ਰੀਲੀ ਯੂਜ਼ ਕਰ ਸਕਦੇ ਹਾਂ। ਸੋ ਇਹ ਬਹੁਤ ਹੀ ਜ਼ਿਆਦਾ ਇੱਕ ਤਰ੍ਹਾਂ ਨਾਲ ਇਕੋਨੋਮਿਕਲ ਚੀਜ਼ ਬਣ ਗਈ ਹੈ ਲੋਕਾਂ ਦੇ ਲਈ। ਸੋ ਜਿਹੜੇ ਮੈਸੇਜਿੰਗ ਐਪ ਨੇ, ਇਹਨਾਂ ਦੀ ਇੰਟਰੋਡਕਸ਼ਨ ਤੋਂ ਬਾਅਦ ਹੁਣ ਗਰੁੱਪ ਚੈਟ ਵੀ ਕਰ ਸਕਦੇ ਹਾਂ ਆਪਾਂ। ਆਪਣੇ ਜਿਵੇਂ WhatsApp ਦੇ ਵਿੱਚ ਦੇਖਿਆ ਕਿ ਗਰੁੱਪਸ ਬਣਾ ਲੈਂਦੇ ਹਾਂ, ਫਰੈਂਡਸ ਦੇ, ਫੈਮਿਲੀ ਦੇ, ਆਫਿਸ ਦੇ, ਵਰਕ ਦੇ ਗਰੁੱਪਸ। ਸੋ ਇੱਕ ਜਗ੍ਹਾ ਤੇ ਇੰਨੇ ਸਾਰੇ ਲੋਕ ਈਜ਼ੀਲੀ ਕਮਿਊਨੀਕੇਟ ਕਰ ਸਕਦੇ ਨੇ ਬਿਨਾਂ ਕਿਸੇ ਰੁਕਾਵਟ ਤੋਂ, ਬਿਨਾਂ ਕਿਸੇ ਬੈਰੀਅਰ ਤੋਂ। ਸੋ ਇਹ ਬਹੁਤ ਇੰਪੋਰਟੈਂਟ ਚੀਜ਼ ਹੈ ਕਿ ਗਰੁੱਪ ਚੈਟ ਇਨਸਟੈਂਟ ਮੈਸੇਜਿੰਗ ਦੇ ਵਿੱਚ ਹੁਣ ਆ ਗਈ ਹੈ। ਸੋ ਹੁਣ ਆਪਾਂ ਗੱਲ ਕਰਾਂਗੇ ਕਿ ਕਿਹੜੇ ਪਪੂਲਰ ਫੇਮਸ ਮੈਸੇਜਿੰਗ ਐਪ ਨੇ। ਐਗਜ਼ਾਮ ਦੇ ਲਈ ਜੇ ਮੈਂ ਗੱਲ ਕਰਾਂ ਤਾਂ ਤੁਹਾਨੂੰ ਯੂਸੇਜ ਜਾਂ ਫੰਕਸ਼ਨੈਲਿਟੀ ਐਜ਼ ਸੱਚ ਰੱਟੇ ਲਾਉਣ ਦੀ ਜ਼ਰੂਰਤ ਨਹੀਂ ਹੈ। ਜਿਹੜੀ ਚੀਜ਼ ਤੁਹਾਡੇ ਲਈ ਇੰਪੋਰਟੈਂਟ ਹੈ, ਯਾਦ ਰੱਖਣੀ ਹੈ, ਉਹ ਹੈ ਐਪ ਤੇ ਉਹਦੀ ਕੰਪਨੀ ਦਾ ਨਾਮ, ਕਿ ਉਹ ਐਪ ਡਿਵੈਲਪ ਕਿਹੜੀ ਕੰਪਨੀ ਨੇ ਕੀਤਾ। ਸੋ ਤੁਸੀਂ ਜਾਂ ਤਾਂ ਮੇਰੀ ਵੀਡੀਓ ਦੇ ਵਿੱਚੋਂ ਸਕਰੀਨਸ਼ਾਟ ਲੈ ਲਓ ਇਹਨਾਂ ਟੇਬਲਸ ਦੇ, ਔਰ ਯੂ ਕੈਨ ਅਵੇਲ ਫ੍ਰੀ PDF। ਤੇ ਮੈਂ PDF ਆਪਣੀ
ਤੁਸੀਂ ਮੇਰੀ ਈਮੇਲ ਆਈਡੀ ਜਿਹੜੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮੈਂਸ਼ਨਡ ਹੈ ਉੱਥੇ ਤੁਸੀਂ ਮੈਨੂੰ ਮੇਲ ਭੇਜ ਸਕਦੇ ਹੋ ਪੀਡੀਐਫਸ ਦੇ ਲਈ, ਜਾਂ ਫਿਰ ਤੁਸੀਂ ਜਿਹੜਾ ਮੇਰਾ ਇੰਸਟਾਗ੍ਰਾਮ ਦਾ ਇੱਕ ਪੇਜ ਬਣਾਇਆ ਹੋਇਆ ਵਿਕਟਰਸ ਨੌਲੇਜ ਨਾਮ ਤੋਂ, ਉਹਨੂੰ ਫੋਲੋ ਕਰੋ। ਉੱਥੇ ਤੁਸੀਂ ਮੈਨੂੰ ਡਾਇਰੈਕਟ ਮੈਸੇਜ ਸੈਂਡ ਕਰ ਦਿਓ, ਆਪਣੀ ਈਮੇਲ ਆਈਡੀ ਦੇ ਦਿਓ, ਆਈ ਵਿਲ ਸੈਂਡ ਯੂ ਇੰਸਟੈਂਟਲੀ ਆਲ ਦ ਪੀਡੀਐਫਸ। ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਡਿਸਕॉर्ड ਦੀ। ਡਿਸਕॉर्ड ਇਹਦੀ ਕੰਪਨੀ ਦਾ ਨਾਮ ਹੈ ਡਿਸਕॉर्ड। eBuddy XMS eBuddy, एलिमेंट न्यू वैक्टर, फेसबुक मैसेंजर फेसबुक, ग्रुपमी माइक्रोसॉफ्ट। ते स्पैशली ਜਿਹੜੀ ਮਾਈਕਰੋਸੌਫਟ ਦੇ ਐਪਸ ਨੇ ਜਾਂ ਜਿਹੜੇ ਐਪਲ ਦੇ ਐਪ ਨੇ ਜਾਂ ਫੇਸਬੁੱਕ ਦੇ ਜਿਹੜੇ ਪਪੂਲਰ ਇਹ ਕੰਪਨੀਆਂ ਦੇ ਐਪ ਨੇ, ਇਹ ਤਾਂ ਤੁਸੀਂ ਪੂਰੀ ਚੰਗੀ ਤਰ੍ਹਾਂ ਕ੍ਰੈਮ ਕਰ ਲੈਣਾ, ਰੱਟ ਲੈਣਾ। ਸੋ ਗਰੁੱਪਮੀ ਮਾਈਕਰੋਸੌਫਟ ਹੈ, ਇਹ ਤੁਸੀਂ ਯਾਦ ਰੱਖਣਾ। ਸੋ ਇਹਨਾਂ ਦੇ ਫੰਕਸ਼ਨਸ ਆਲਮੋਸਟ ਸੇਮ ਨੇ, ਕਿਸੇ ਦੇ ਵਿੱਚ ਟੈਕਸਟ ਦੇ ਨਾਲ ਵੌਇਸ ਹੈ, ਗੇਮਿੰਗ ਹੈ, ਜਾਂ ਕਿਸੇ ਦੇ ਨਾਲ ਵੀਡੀਓ ਕਾਲ ਵੀ ਕਰ ਸਕਦੇ ਹਾਂ। ਸੋ ਇਹ ਆਲਮੋਸਟ ਸੇਮ ਹੈ। just have a look at the functionalities, just read upon and you will get an idea ਕਿ ਕਿਹੜੇ ਤਰ੍ਹਾਂ ਦੇ ਫੰਕਸ਼ਨਸ ਹੁੰਦੇ ਨੇ instant messaging apps ਦੇ ਵਿੱਚ। then ਗੱਲ ਕਰਦੇ ਹਾਂ ਆਪਾਂ ਲਾਈਨ ਦੀ। ਇਹਦੀ ਕੰਪਨੀ ਦਾ ਨਾਮ ਹੈ ਨੇਵ, ਇਹ ਬਹੁਤ ਵਾਰੀ ਐਗਜ਼ਾਮਸ ਦੇ ਵਿੱਚ ਦੇਖਿਆ ਗਿਆ ਹੈ। then signal ਦੀ signal foundation, signal messenger LLC, slack technology, snapchat snap, skype माइक्रोसॉफ्ट, बहुत इंपॉर्टेंट क्वेश्चन है। स्काइप की दी है माइक्रोसॉफ्ट दी। देन टेलीग्राम WeChat टेंसेंट होल्डिंग लिमिटेड, WeChat चाइना दी। देन व्हाट्सएप फेसबुक। सो ये अपने इंपॉर्टेंट कुछ याद रखने हैं। ਹੁਣ ਫੀਚਰਸ ਆਪਾਂ ਕਾਮਨ ਫੀਚਰ ਦੇਖ ਲੈਂਦੇ ਆ ਕਿ ਕੀ ਹੁਣ ਜਿਹੜੇ ਇੰਨੀਆਂ ਸਾਰੀਆਂ ਫੰਕਸ਼ਨੈਲਿਟੀਜ਼ ਨੇ ਉਹਨਾਂ ਦੇ ਵਿੱਚੋਂ ਮੇਨ ਕਿਹੜੀਆਂ ਚੀਜ਼ਾਂ ਨਿਕਲ ਕੇ ਆਉਂਦੀਆਂ ਨੇ, ਆਪਾਂ ਉਹ ਦੇਖ ਲੈਂਦੇ ਆ। ਸੋ ਪਹਿਲੀ ਇੰਪੋਰਟੈਂਟ ਚੀਜ਼, ਇਹ ਬਣੀਆਂ ਹੀ ਮੈਸੇਜ ਭੇਜਣ ਲਈ ਨੇ, ਜਿਹੜੀਆਂ ਇੰਸਟੈਂਟ ਮੈਸੇਜਿੰਗ ਐਪ ਨੇ। ਸੋ ਚੈਟ ਇਹਦਾ ਪਹਿਲਾ ਫੀਚਰ ਹੈ, ਪਹਿਲਾ ਕਰੈਕਟਰਿਸਟਿਕ ਹੈ ਚੈਟ। ਪ੍ਰਾਈਵੇਟ ਚੈਟ ਅਲਾਉਜ਼ ਪ੍ਰਾਈਵੇਟ ਕਨਵਰਸੇਸ਼ਨ ਵਿਦ ਅਨਦਰ ਪਰਸਨ ਔਰ ਅ ਗਰੁੱਪ। ਕਾਲਸ, ਆਪਾਂ ਕਾਲਸ ਵੀ ਕਰ ਸਕਦੇ ਹਾਂ। ਕਾਲਸ ਦੇ ਵਿੱਚ ਵੀਡੀਓ ਕਾਲਸ ਵੀ ਆਉਂਦੀਆਂ ਨੇ, ਵੌਇਸ ਕਾਲਸ ਵੀ ਆਉਂਦੀਆਂ ਨੇ, ਵੌਇਸ ਨੋਟ ਆਉਂਦੇ ਨੇ, ਸੋ ਕਾਨਫਰੰਸ ਕਾਲਸ ਹੋ ਸਕਦੀਆਂ ਨੇ। ਸੋ ਇਸ ਤਰ੍ਹਾਂ ਦੇ ਨਾਲ ਇੱਕ ਬਹੁਤ ਹੀ ਈਜ਼ੀ ਤਰੀਕੇ ਦੇ ਨਾਲ ਆਪਾਂ ਨੂੰ ਇੰਨੀਆਂ ਵਧੀਆ ਸਰਵਿਸਿਜ਼ ਇਹ ਐਪਸ ਦੇ ਥਰੂ ਪ੍ਰੋਵਾਈਡ ਕਰਵਾਈਆਂ ਜਾ ਰਹੀਆਂ ਨੇ। ਦੈਨ ਆਪਾਂ ਗੇਮਸ ਖੇਲ ਸਕਦੇ ਹਾਂ। ਤੁਸੀਂ ਫੇਸਬੁੱਕ ਮੈਸੇਂਜਰ ਐਪਲੀਕੇਸ਼ਨ ਤੇ ਦੇਖਿਆ ਹੋਊਗਾ ਕਿ ਕੁਝ ਇਨਬਿਲਟ ਉਹਦੇ ਵਿੱਚ ਕੰਪਿਊਟਰ ਗੇਮਸ ਨੇ, ਆਪਾਂ ਉਹਦੇ ਵਿੱਚ ਲੋਕਾਂ ਨਾਲ ਚੈਟ ਕਰ ਸਕਦੇ ਹਾਂ। ਸੋ ਟੈਟਰਿਸ, ਬਲੈਕ ਜੈਕ, ਇੱਦਾਂ ਦੀਆਂ ਗੇਮਸ ਨੇ। ਦੈਨ ਪੇਮੈਂਟਸ, ਹੁਣ ਤੁਸੀਂ ਲੇਟੈਸਟ ਦੇਖਿਆ ਹੋਊ ਕਿ WhatsApp ਤੇ ਵੀ ਪੇਮੈਂਟ ਆ ਗਈ ਹੈ। ਸੋ ਪੇਮੈਂਟ ਬਹੁਤ ਸਾਰੇ ਐਪਸ ਦੇ ਵਿੱਚ ਦੇਖੀ ਜਾਂਦੀ ਹੈ। ਰਿਲੇਟਿਵਲੀ ਨਿਊ ਫੀਚਰ ਹੈ। ਸੋ ਇਹਦੇ ਵਿੱਚ ਕੀ ਹੈ, ਇਹ ਇੰਡੀਵਿਜੂਅਲਸ ਨੂੰ ਅਲਾਉ ਕਰਦੇ ਆ ਕਿ ਤੁਸੀਂ ਇੱਕ ਐਪ ਨੂੰ ਯੂਜ਼ ਕਰੋ ਕਮਿਊਨੀਕੇਸ਼ਨ ਦੇ ਲਈ ਤੇ ਫਾਈਨੈਂਸ਼ੀਅਲ ਟਾਸਕ ਦੇ ਲਈ ਵੀ। ਸੋ ਇਹ ਬਹੁਤ ਹੀ ਜ਼ਿਆਦਾ ਈਜ਼ੀ ਹੋ ਗਿਆ ਹੁਣ ਜਿਹੜੇ ਬਿਜ਼ਨਸ ਵਗੈਰਾ ਕਰਦੇ ਨੇ ਆਨਲਾਈਨ ਉਹਨਾਂ ਦੇ ਲਈ। ਸੋ ਹੁਣ ਬਹੁਤ ਇੰਪੋਰਟੈਂਟ ਕੰਸੈਪਟ ਸਾਹਮਣੇ ਆਉਂਦਾ ਹੈ ਇਨਕ੍ਰਿਪਸ਼ਨ ਦਾ, ਤੇ ਐਗਜ਼ਾਮ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਤੁਹਾਨੂੰ ਤੁਹਾਡੀ ਟਿਪਸ ਤੇ ਹੋਣਾ ਚਾਹੀਦਾ ਵੀ ਇਨਕ੍ਰਿਪਸ਼ਨ ਵਰਡ ਦਾ ਮਤਲਬ ਕੀ ਹੈ। ਸੋ ਇਨਕ੍ਰਿਪਸ਼ਨ ਦਾ ਸਿੱਧਾ ਜਿਹਾ ਮਤਲਬ ਹੈ ਸੇਫਟੀ, ਸਿਕਿਉਰਿਟੀ, ਪ੍ਰਾਈਵੇਸੀ। ਜਿਹੜਾ ਇਨਕ੍ਰਿਪਸ਼ਨ ਦਾ ਮੈਥਡ ਹੈ, ਇਹ ਜਿਹੜੀਆਂ ਵੀ ਆਪਾਂ ਨੇ ਮੈਸੇਜਿੰਗ ਐਪਸ ਦੀ ਗੱਲ ਕੀਤੀ ਹੈ ਇਹ ਯੂਜ਼ ਕਰਦੀਆਂ ਨੇ ਤਾਂ ਕਿ ਜਿਹੜੇ ਵੀ ਲੋਕ ਉਸ ਮੈਸੇਜ ਐਪ ਨੂੰ ਯੂਜ਼ ਕਰਕੇ ਚੈਟ ਕਰ ਰਹੇ ਨੇ ਜਾਂ ਕੋਈ ਡੇਟਾ ਸ਼ੇਅਰ ਕਰ ਰਹੇ ਨੇ, ਕੋਈ ਵੀਡੀਓਜ਼, ਕੋਈ ਮੈਸੇजेस, ਕੋਈ ਫੋਟੋਜ਼, ਐਨੀਥਿੰਗ, ਸੋ ਉਹ ਜਿਹੜੀਆਂ ਚੀਜ਼ਾਂ ਨੇ ਉਹ ਪ੍ਰਾਈਵੇਸੀ, ਉਹਨਾਂ ਦੀ ਡੇਟਾ ਪ੍ਰਾਈਵੇਸੀ ਰਹੇ ਤੇ ਨਾਲ ਸਿਕਿਉਰਿਟੀ ਰਹੇ, ਕੋਈ ਬ੍ਰੀਚ ਨਾ ਕਰੇ, ਕੋਈ ਹੈਕ ਨਾ ਕਰ ਸਕੇ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਧਿਆਨ ਰੱਖਣਾ। ਇਨਕ੍ਰਿਪਟ ਦਾ ਮਤਲਬ ਹੈ ਕਿ ਇੱਕ ਜਾਲ ਵਿਛਾਤਾ ਕਿ ਜਿਹੜੀ ਵੀ ਤੁਸੀਂ ਚੈਟ ਕਰ ਰਹੇ ਹੋ, ਜੋ ਵੀ ਡੇਟਾ ਸ਼ੇਅਰ ਕਰ ਰਹੇ ਹੋ, ਉਹ ਬਾਹਰ ਨਹੀਂ ਨਿਕਲੂਗੀ ਇਸ ਚੀਜ਼ ਤੋਂ, ਉਹ ਸਾਡੇ ਪਲੇਟਫਾਰਮ ਤੋਂ ਬਾਹਰ ਨਹੀਂ ਜਾ ਸਕਦੀ, ਕੋਈ ਉਸ ਚੀਜ਼ ਨੂੰ ਰਿਕਾਰਡ ਨਹੀਂ ਕਰ ਸਕਦਾ। ਸੋ ਇਨਕ੍ਰਿਪਸ਼ਨ ਤੁਸੀਂ WhatsApp ਦੇ ਵਿੱਚ ਬਹੁਤ ਵਾਰੀ ਦੇਖਿਆ ਹੋ, ਲਿਖ ਕੇ ਆਉਂਦਾ ਹੁੰਦਾ ਦਿਸ ਚੈਟ ਇਜ਼ ਐਂਡ ਟੂ ਐਂਡ ਇਨਕ੍ਰਿਪਟਡ ਜਾਂ ਸਿਕਿਉਰਡ। ਸੋ ਇਹਦਾ ਮਤਲਬ ਕੀ ਹੈ ਕਿ ਜਿਹੜੇ WhatsApp ਤੇ ਆਪਾਂ ਚੈਟ ਕਰਦੇ ਹਾਂ ਉਹ ਸਾਰੀਆਂ ਸਿਕਿਉਰ ਨੇ, ਜਿਹੜਾ ਤੁਹਾਡਾ ਡੇਟਾ ਹੈ ਉਹ ਬ੍ਰੀਚ ਨਹੀਂ ਹੋ ਸਕਦਾ। ਜਿਹੜੇ SMS ਕਰਦੇ ਸੀ ਆਪਾਂ ਪਹਿਲਾਂ, ਉਹ ਇਨਕ੍ਰਿਪਟਡ ਨਹੀਂ ਸੀ। ਜਿੰਨੀਆਂ ਵੀ ਮੋਬਾਈਲ ਆਪਣੀਆਂ ਕੰਪਨੀ ਸੀਗੀਆਂ ਉਹ ਉਸ ਚੀਜ਼ ਨੂੰ ਦੇਖ ਸਕਦੀਆਂ ਸੀ, ਉਹਨੂੰ ਇੰਟਰਸੈਪਟ ਕਰ ਸਕਦੀਆਂ ਸੀ। ਸੋ ਬਟ ਹੁਣ ਜਿਵੇਂ WhatsApp ਹੈ, ਉਹਦੀ ਜਿਹੜੀ ਚੈਟ ਹੈ ਉਹ ਇੰਟਰਸੈਪਟ ਨਹੀਂ ਹੋ ਸਕਦੀ। ਸੋ ਜਿਹੜੀਆਂ ਚੀਜ਼ਾਂ ਨੇ ਇਹਦਾ, ਜਿਵੇਂ ਕੋਈ ਡੇਟਾ ਵਗੈਰਾ ਲੀਕ ਹੁੰਦਾ ਸੀ, ਉਹ ਸਾਰੀਆਂ ਚੀਜ਼ਾਂ ਦੀ ਹੁਣ ਪ੍ਰੋਬਲਮ ਦੂਰ ਕਰ ਦਿੱਤੀ ਗਈ ਹੈ ਇਨਕ੍ਰਿਪਸ਼ਨ ਦੇ ਨਾਲ, ਇਸ ਮੈਸੇਜਿੰਗ ਐਪਸ ਦੇ ਥਰੂ। ਸੋ ਜਿਹੜੇ SMS ਮੈਸੇजेस ਨੇ ਉਹਨਾਂ ਨੂੰ ਆਪਾਂ ਸਪੂਫ ਕਰ ਸਕਦੇ ਹਾਂ, ਤੇ ਜਿਹੜਾ ਸੈਂਡਰ ਹੈ ਮੈਸੇਜ ਦਾ ਉਹਨੂੰ ਐਡਿਟ ਕਰ ਸਕਦੇ ਹਾਂ, ਤੇ ਕੋਈ ਵੀ ਬੰਦਾ ਆਪਣੇ ਆਪ ਨੂੰ ਕੋਈ ਹੋਰ ਬਣ ਕੇ ਇੰਪਰਸੋਨੇਟ ਕਰਕੇ ਯੂਜ਼ ਕਰ ਸਕਦਾ ਸੀ, ਮੈਸੇਜ ਭੇਜ ਸਕਦਾ ਸੀ।
ਬਟ ਹੁਣ ਜਿਵੇਂ ਆਪਾਂ WhatsApp ਵਗੈਰਾ ਦੀ ਗੱਲ ਕਰੀਏ, ਇਹਦੇ ਵਿੱਚ ਲੌਕ ਵੀ ਲੱਗ ਜਾਂਦਾ, ਆਪਾਂ ਪਿਨ ਲਗਾ ਸਕਦੇ ਹਾਂ ਕਿ ਕੋਈ ਹੋਰ ਆਪਣਾ WhatsApp ਖੋਲ ਕੇ ਕਿਸੇ ਨੂੰ ਮੈਸੇਜ ਨਾ ਭੇਜ ਸਕੇ, ਕੋਈ ਗਲਤ ਯੂਜ਼ ਨਾ ਕਰ ਸਕੇ। ਸੋ ਜੇ ਆਪਾਂ ਸੇਫਟੀ ਦੀ ਗੱਲ ਕਰੀਏ ਤਾਂ ਟੈਕਸਟ ਮੈਸੇਜ ਨਾਲੋਂ ਜਿਹੜੀ ਇੰਸਟੈਂਟ ਮੈਸੇਜਿੰਗ ਐਪਸ ਆ ਗਈਆਂ, ਇਹਨਾਂ ਦੀ ਸੇਫਟੀ ਬਹੁਤ ਹੀ ਜ਼ਿਆਦਾ ਹੈ। ਸੋ ਹੁਣ ਸਾਰੇ ਜਿਹੜੇ ਮੈਸੇਜਿੰਗ ਐਪ ਨੇ ਉਹ ਸਾਰੇ ਇਨਕ੍ਰਿਪਟਡ ਨਹੀਂ ਹੈਗੇ, ਕੁਝ 4-5 ਹੀ ਨੇ ਜਿਹੜੇ ਕਿ ਇਨਕ੍ਰਿਪਟਡ ਨੇ, ਸੇਫ ਨੇ, ਸਿਕਿਉਰ ਨੇ ਯੂਜ਼ ਕਰਨ ਦੇ ਲਈ। ਸੋ ਉਹ ਕਿਹੜੇ ਨੇ? ਇੱਕ ਤਾਂ ਹੈ ਸਿਗਨਲ, ਦੈਨ WhatsApp, ਵਾਇਰ, iMessage। ਸੋ ਇਹ 4 ਨਾਮ ਐਗਜ਼ਾਮ ਦੇ ਲਈ ਤੁਸੀਂ ਯਾਦ ਕਰਨੇ ਆ ਕਿ ਕਿਹੜੇ 4 ਐਪਸ ਨੇ, ਮੈਸੇਜਿੰਗ ਐਪ ਨੇ ਜਿਹੜੇ ਕਿ ਐਨਕ੍ਰਿਪਟਡ ਨੇ, ਐਂਡ ਟੂ ਐਂਡ ਐਨਕ੍ਰਿਪਸ਼ਨ ਹੈ, ਸੇਫਟੀ ਹੈ, ਸਿਕਿਉਰਿਟੀ ਹੈ। ਸੋ ਹੁਣ ਆਪਾਂ 1 ਬਾय 1 ਇੰਸਟੈਂਟਲੀ ਫਟਾਫਟ ਦੇਖਾਂਗੇ ਕਿ ਇਹ ਜਿਹੜੇ 6 ਇੰਪੋਰਟੈਂਟ ਇੰਸਟੈਂਟ ਮੈਸੇਜਿੰਗ ਐਪ ਨੇ, ਇਹਨਾਂ ਨੂੰ ਕਿਹਨੇ ਬਣਾਇਆ, ਇਹਨਾਂ ਦਾ ਕੰਮ ਕੀ ਹੈ ਤੇ ਇਹਨਾਂ ਦੇ ਮੇਨ ਫੀਚਰ। ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਫੇਸਬੁੱਕ ਮੈਸੇਂਜਰ ਦੀ। ਜਿਹੜਾ ਇਹਦਾ ਲੋਗੋ ਹੈ ਉਹ ਇਸ ਤਰ੍ਹਾਂ ਦਾ ਦਿਖਦਾ ਹੈ, ਆਈਕਨ। ਇਹਨੂੰ ਆਪਾਂ ਮੈਸੇਂਜਰ ਵੀ ਕਹਿੰਦੇ ਆ, ਇੱਕ ਅਮਰੀਕਨ ਕੰਪਨੀ ਹੈ ਤੇ ਜਿਹੜੀ ਓਰੀਜਨਲੀ ਇਹਨੂੰ ਫੇਸਬੁੱਕ ਚੈਟ ਨੇ ਡਿਵੈਲਪ ਕੀਤਾ ਸੀ 2008 ਦੇ ਵਿੱਚ। ਤੇ ਉਸ ਤੋਂ ਬਾਅਦ ਜਿਹੜਾ ਫੇਸਬੁੱਕ ਹੈ ਉਹਨੇ ਇੱਕ ਆਪਣੀ, ਪਹਿਲਾਂ ਤੇ ਸਿਰਫ ਐਪ ਸੀ, ਬਟ ਬਾਅਦ ਵਿੱਚ ਇਹਨਾਂ ਨੇ messenger.com ਨਾਮ ਦਾ ਇੱਕ ਅਲੱਗ ਤੋਂ ਵੈਬਸਾਈਟ ਇੰਟਰਫੇਸ ਬਣਾਤਾ। ਹੁਣ ਕੀ ਹੈ, ਚਾਹੇ ਤੁਸੀਂ ਫੇਸਬੁੱਕ ਤੇ ਆਈਡੀ ਬਣਾਈ ਹੋਈ ਹੈ ਨਹੀਂ ਬਣਾਈ ਹੋਈ, ਤੁਸੀਂ ਅਲੱਗ ਤੋਂ ਕੱਲਾ ਮੈਸੇਂਜਰ ਯੂਜ਼ ਕਰ ਸਕਦੇ ਹੋ ਫੇਸਬੁੱਕ ਦਾ। ਸੋ ਇਹ ਬਹੁਤ ਇੱਕ ਈਜ਼ੀ ਵਧੀਆ ਫੀਚਰ ਨਵਾਂ ਐਡ ਕਰਤਾ ਹੈ ਫੇਸਬੁੱਕ ਨੇ। ਸੋ ਹੁਣ ਮੈਸੇਂਜਰ ਡੈਸਕਟਾਪ ਤੇ ਤੁਸੀਂ ਆਪਣੇ ਲੈਪਟਾਪ ਤੇ ਇੰਸਟਾਲ ਕਰ ਸਕਦੇ ਹੋ, ਵਿੰਡੋ 10 ਦੇ ਉੱਤੇ ਹੈਗਾ, ਮੈਕ OS ਦੇ ਉੱਤੇ ਹੈਗਾ ਤੇ ਮਾਈਕਰੋਸਾਫਟ ਸਟੋਰ ਤੇ ਐਪ ਦੋਨਾਂ ਦੇ ਉੱਤੇ ਇਹਨੂੰ ਤੁਸੀਂ ਇੰਸਟਾਲ ਕਰ ਸਕਦੇ ਹੋ। ਜਿਹੜਾ ਫੇਸਬੁੱਕ ਮੈਸੇਂਜਰ ਹੈ ਇਹਦੇ ਵਿੱਚ ਤੁਸੀਂ ਫੋਟੋਜ਼ ਭੇਜ ਸਕਦੇ ਹੋ, ਵੀਡੀਓ, ਸਟਿੱਕਰ, ਆਡੀਓ ਫਾਈਲ, ਇੱਕ ਦੂਜੇ ਦੇ ਮੈਸੇजेस ਦੇ ਉੱਤੇ ਰਿਐਕਸ਼ਨ ਦੇ ਸਕਦੇ ਹੋ। ਤੇ ਜਿਹੜਾ ਇਹ ਐਪ ਹੈ ਇਹਦੇ ਵਿੱਚ ਬਹੁਤ ਸਾਰੇ ਮਲਟੀਪਲ ਅਕਾਊਂਟਸ ਨਾਲ ਤੁਸੀਂ ਕਨਵਰਸੇਸ਼ਨ ਕਰ ਸਕਦੇ ਹੋ, ਆਪਣੇ ਜ਼ਿਆਦਾ ਫਰੈਂਡਸ ਬਣਾ ਸਕਦੇ ਹੋ, ਉਹਨਾਂ ਦੇ ਨਾਲ ਵੌਇਸ ਤੇ ਵੀਡੀਓ ਕਾਲ ਕਰੋ, ਚਾਹੇ ਤੁਸੀਂ ਗੇਮਸ ਖੇਲੋ। ਸੋ ਇਹ ਸਾਰੇ ਇੰਪੋਰਟੈਂਟ ਫੀਚਰਸ ਨੇ ਫੇਸਬੁੱਕ ਮੈਸੇਂਜਰ ਦੇ। ਦੈਨ ਸਿਗਨਲ, ਇਹ ਹੈ ਸਿਗਨਲ ਦਾ ਲੋਗੋ ਆਈਕਨ। ਸਿਗਨਲ ਕੀ ਹੈ, ਇਹਨੂੰ ਕਿਹੜੀ ਕੰਪਨੀ ਨੇ ਬਣਾਇਆ? ਇਹਨੂੰ ਸਿਗਨਲ ਟੈਕਨੋਲੋਜੀ ਫਾਊਂਡੇਸ਼ਨ ਸਿਗਨਲ ਮੈਸੇਂਜਰ LLC ਨੇ ਡਿਵੈਲਪ ਕੀਤਾ ਹੈ। ਸੋ ਇਹ ਵੀ ਇੱਕ ਸੈਂਟਰਲਾਈਜ਼ਡ ਇਨਕ੍ਰਿਪਟਡ ਮੈਸੇਜਿੰਗ ਸਰਵਿਸ ਹੈ, ਸੋ ਸਿਕਿਉਰ ਮੈਸੇਜਿੰਗ ਸਰਵਿਸ ਹੈ। ਇਹਦੇ ਵਿੱਚ ਸਿਕਿਉਰਿਟੀ ਤੇ ਪ੍ਰਾਈਵੇਸੀ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ ਤੇ ਇਹਦੇ ਵਿੱਚ ਤੁਸੀਂ ਕਿਸੇ ਦੇ ਨਾਲ 1-to-1 ਕਾਲ ਵੀ ਕਰ ਸਕਦੇ ਹੋ ਜਾਂ ਗਰੁੱਪ ਵੌਇਸ ਵੀਡੀਓ ਕਾਲ ਵੀ ਕਰ ਸਕਦੇ ਹੋ। ਤੇ ਜਿਹੜਾ ਐਂਡਰੋਇਡ ਦਾ ਵਰਜ਼ਨ ਹੈ ਸਿਗਨਲ ਦਾ, ਉਹ ਆਪਸ਼ਨਲੀ ਫੰਕਸ਼ਨ ਕਰਦਾ ਇੱਕ SMS ਐਪ ਦੀ ਤਰ੍ਹਾਂ ਵੀ। ਸੋ ਇਹ ਇੰਪੋਰਟੈਂਟ ਫੀਚਰ ਆਪਾਂ ਨੇ ਯਾਦ ਰੱਖਣਾ। ਤੇ ਜਿਹੜਾ ਸਿਗਨਲ ਹੈ, ਜੇ ਆਪਾਂ ਨੇ ਇਹਨੂੰ ਚਲਾਉਣਾ ਹੈ ਤੇ ਜਿਹੜਾ ਆਪਣਾ ਰੈਗੂਲਰ ਟੈਲੀਫੋਨ ਨੰਬਰ ਹੈ ਉਹਨੂੰ ਯੂਜ਼ ਕਰਦਾ, ਜਿਹੜਾ ਵੀ ਇਹਦਾ ਯੂਜ਼ਰ ਹੈ, ਤੇ ਉਹਨੂੰ ਐਂਡ ਟੂ ਐਂਡ ਇਨਕ੍ਰਿਪਸ਼ਨ ਪ੍ਰੋਵਾਈਡ ਕਰਦਾ। ਜਿੰਨੀਆਂ ਵੀ ਕਮਿਊਨੀਕੇਸ਼ਨ ਸਿਗਨਲ ਪਲੇਟਫਾਰਮ ਦੇ ਥਰੂ ਆਪਾਂ ਕਰਦੇ ਹਾਂ ਉਹ ਸਾਰੀਆਂ ਸੇਫ ਨੇ, ਐਨਕ੍ਰਿਪਟਡ ਨੇ। ਦੈਨ ਤੀਜੇ ਨੰਬਰ ਤੇ ਆਉਂਦਾ WeChat। WeChat ਚਾਈਨਾ ਦੀ ਕੰਪਨੀ ਨੇ ਡਿਵੈਲਪ ਕੀਤਾ ਜਿਹਦਾ ਨਾਮ ਹੈ Tencent, ਬਹੁਤ ਇੰਪੋਰਟੈਂਟ ਨਾਮ ਹੈ। ਸਭ ਤੋਂ ਪਹਿਲਾਂ 2011 ਦੇ ਵਿੱਚ ਰਿਲੀਜ਼ ਹੋਇਆ ਸੀ ਤੇ ਇਹ ਵਰਲਡ ਦਾ, ਪੂਰੇ ਵਰਲਡ ਦਾ, ਗਲੋਬ ਦਾ ਸਭ ਤੋਂ ਵੱਡਾ ਮੋਬਾਈਲ ਐਪ ਬਣ ਗਿਆ ਸੀ 2018 ਦੇ ਵਿੱਚ। ਐਕਟਿਵਲੀ ਇਹਦੇ ਜਿਹੜੇ 1 ਮਹੀਨੇ ਦੇ ਯੂਜ਼ਰ ਸੀ ਉਹ 1 ਬਿਲੀਅਨ ਦੇ ਅਰਾਊਂਡ ਸੀ। ਸੋ ਜਿਹੜਾ ਐਪ ਹੈ ਇਹਨੂੰ ਚਾਈਨਾ ਕਹਿੰਦੀ ਹੈ ਕਿ ਸੁਪਰ ਐਪ ਹੈ, ਇਹਦੇ ਵਿੱਚ ਬਹੁਤ ਸਾਰੇ ਫੰਕਸ਼ਨਸ ਨੇ। ਪਰ ਇੰਡੀਆ ਨੇ 2020 ਜੂਨ ਦੇ ਵਿੱਚ, ਜਦੋਂ ਕੁਝ ਬਾਰਡਰ ਡਿਸਪਿਊਟ ਚੱਲ ਰਿਹਾ ਸੀ ਇੰਡੀਆ ਚਾਈਨਾ ਦਾ, ਤਾਂ ਬਹੁਤ ਸਾਰੇ ਆਪਾਂ ਨੂੰ ਪਤਾ ਹੈ ਕਿ ਐਪਸ ਬੈਨ ਕਰਦੇ ਸੀ ਜਿਹੜੇ ਕਿ ਚਾਈਨਾ ਦੇ ਐਪ ਸੀ। ਸੋ WeChat ਉਹਨਾਂ ਐਪ ਚੋਂ ਇੱਕ ਐਪ ਸੀ ਤੇ ਇੰਡੀਆ ਦੇ ਵਿੱਚ ਇਹ ਬੈਨਡ ਹੈ। ਸੋ ਇਹ ਇੰਪੋਰਟੈਂਟ ਆਪਣੇ ਕੋਲ ਯਾਦ ਰੱਖਣਾ ਹੈ ਐਗਜ਼ਾਮ ਦੇ ਲਈ ਕਿ ਕਿਹੜਾ ਇਹੋ ਜਿਹਾ ਇੰਸਟੈਂਟ ਮੈਸੇਜਿੰਗ ਐਪ ਹੈ ਜਿਹੜਾ ਕਿ ਇੰਡੀਆ ਦੇ ਵਿੱਚ ਬੈਨ ਹੈ। ਸੋ ਉਸ ਤੋਂ ਬਾਅਦ ਆਉਂਦਾ WhatsApp। ਜਿਹੜਾ WhatsApp ਦਾ ਮੈਸੇਂਜਰ ਹੈ ਇਹਨੂੰ ਫੇਸਬੁੱਕ ਨੇ ਹੀ ਡਿਵੈਲਪ ਕੀਤਾ। ਇੰਪੋਰਟੈਂਟ ਆਪਾਂ ਨੇ ਨਾਮ ਯਾਦ ਰੱਖਣਾ ਹੈ। ਸੋ ਆਪਾਂ ਨੂੰ WhatsApp ਤੇ ਦਾ ਫੰਕਸ਼ਨਸ ਬਾਰੇ ਪਤਾ ਹੀ ਹੈ ਕਿ ਆਪਾਂ ਇਹ ਮੈਸੇਜ ਭੇਜ ਸਕਦੇ ਹਾਂ, ਵੌਇਸ ਨੋਟ ਕਾਲ ਕਰ ਸਕਦੇ ਹਾਂ, ਵੀਡੀਓ ਕਾਲ ਕਰ ਸਕਦੇ ਹਾਂ, ਇਮੇजेस ਸ਼ੇਅਰ, ਈਵਨ ਡਾਕੂਮੈਂਟ, PDF ਫਾਈਲ, ਡੌਕ ਫਾਈਲ, ਜਾਂ ਆਪਾਂ ਆਪਣੀ ਲਾਈਵ ਲੋਕੇਸ਼ਨ, ਯੂਜ਼ਰ ਲੋਕੇਸ਼ਨ ਭੇਜ ਸਕਦੇ ਹਾਂ। ਸੋ ਕਿਸੇ ਵੀ ਤਰ੍ਹਾਂ ਦਾ ਕੰਟੈਂਟ ਹੈ ਜਿਹੜਾ ਆਪਾਂ ਇਹਦੇ ਵਿੱਚ ਭੇਜ ਸਕਦੇ ਹਾਂ। ਤੇ ਇਹਨੂੰ ਚਲਾਉਣ ਦੇ ਲਈ ਆਪਣਾ ਜਿਹੜਾ ਸੈਲੂਲਰ ਮੋਬਾਈਲ ਟੈਲੀਫੋਨ ਨੰਬਰ ਹੈ ਆਪਾਂ ਨੂੰ ਉਹਦੇ ਨਾਲ ਸਾਈਨ ਅਪ ਕਰਨਾ ਪਊਗਾ। ਤੇ WhatsApp ਵੀ ਇਨਕ੍ਰਿਪਟਡ ਹੈ, ਸੇਫ ਹੈ, ਸਿਕਿਉਰ ਹੈ। 2015 ਤੱਕ ਜਿਹੜਾ WhatsApp ਹੈ ਉਹ ਵਰਲਡ ਦਾ ਸਭ ਤੋਂ ਫੇਮਸ ਮੈਸੇਜਿੰਗ ਐਪ ਬਣ ਗਿਆ ਸੀ ਤੇ ਇਹਦੇ ਫਰਵਰੀ 2020 ਤੱਕ ਕਿੰਨੇ ਬਿਲੀਅਨ ਯੂਜ਼ਰ ਸੀ? 2 ਬਿਲੀਅਨ ਤੋਂ ਜ਼ਿਆਦਾ ਯੂਜ਼ਰ ਸੀ। ਫਿਰ ਗੱਲ ਕਰਦੇ ਹਾਂ ਆਪਾਂ ਟੈਲੀਗ੍ਰਾਮ ਦੀ।
ਸੋ ਟੈਲੀਗ੍ਰਾਮ ਕੀ ਹੈ, ਇੱਕ ਫ੍ਰੀ ਓਪਨ ਸੋਰਸ ਹੈ। ਇਹਦੇ ਵਿੱਚ ਕੀ ਆਪਾਂ ਮੈਸੇਜ ਭੇਜ ਸਕਦੇ ਹਾਂ, ਸੇਮ ਵੀਡੀਓ ਕਾਲ, ਵੌਇਸ ਕਾਲ, ਫਾਈਲ ਸ਼ੇਅਰ ਕਰ ਸਕਦੇ ਹਾਂ। ਇਹਨੂੰ ਮੋਸਟਲੀ ਜਿਵੇਂ ਆਪਣੀ ਅਕੈਡਮੀਜ਼ ਹੈ ਉਹ ਯੂਜ਼ ਕਰਦੀਆਂ ਨੇ, ਕਿਉਂਕਿ ਇਹਦੇ ਵਿੱਚ ਕੀ ਹੈ ਕਿ ਆਪਾਂ ਕੋਈ ਵੀ ਇਨਸਾਨ ਹੈ ਜੇ ਉਹਨੂੰ ਨਾਮ ਪਤਾ ਹੈ ਤੁਹਾਡਾ, ਸਿਰਫ ਕਿ ਤੁਸੀਂ ਇਸ ਨਾਮ ਤੋਂ ਟੈਲੀਗ੍ਰਾਮ ਚਲਾ ਰਹੇ ਹੋ, ਤਾਂ ਉਹ ਟੈਲੀਗ੍ਰਾਮ ਦਾ ਐਪ ਓਪਨ ਕਰੂ, ਉਹਦੇ ਵਿੱਚ ਤੁਹਾਡਾ ਨਾਮ ਸਰਚ ਕਰੂ, ਤੇ ਤੁਸੀਂ ਜਿਹੜੇ ਵੀ ਨਾਮ ਤੋਂ ਕੋਈ ਗਰੁੱਪ ਬਣਾਇਆ ਹੋਇਆ ਕਿਸੇ ਵੀ ਪ੍ਰੋਪਰ ਕੰਟੈਂਟ ਨੂੰ ਲੈ ਕੇ, ਚਾਹੇ ਐਜੂਕੇਸ਼ਨਲ ਪਰਪਸ ਹੈ, ਹੈਲਥ ਪਰਪਸ ਹੈ, ਬਿਜ਼ਨਸ ਪਰਪਸ ਹੈ, ਉਸ ਗਰੁੱਪ ਵਿੱਚ ਤੁਸੀਂ ਐਡ ਹੋ ਸਕਦੇ ਹੋ। ਤੇ ਕਦੋਂ ਲਾਂਚ ਕੀਤਾ ਗਿਆ ਸੀ? ਇਹ iOS ਦੇ ਲਈ ਲਾਂਚ ਕੀਤਾ ਗਿਆ ਸੀ 14 ਅਗਸਤ 2013 ਦੇ ਵਿੱਚ, ਤੇ ਐਂਡਰੋਇਡ ਯੂਜ਼ਰ ਲਈ ਅਕਤੂਬਰ 2013 ਦੇ ਵਿੱਚ। ਤੇ ਜਿਹੜੇ ਕਲਾਇੰਟ ਐਪ ਨੇ ਇਹਦੇ, ਉਹ ਬਹੁਤ ਸਾਰੇ ਨੇ, ਉਹ ਡੈਸਕਟਾਪ ਤੇ ਵੀ, ਮਤਲਬ ਕਿ ਜਿਹੜਾ ਟੈਲੀਗ੍ਰਾਮ ਹੈ ਇਹਨੂੰ ਆਪਾਂ ਮੋਬਾਈਲ ਤੇ ਐਪਲੀਕੇਸ਼ਨ ਦੇ ਥਰੂ ਤਾਂ ਯੂਜ਼ ਕਰ ਹੀ ਸਕਦੇ ਹਾਂ, ਨਾਲ ਨਾਲ ਇਹਨੂੰ ਆਪਾਂ ਡੈਸਕਟਾਪ ਤੇ, ਆਪਣੇ ਲੈਪਟਾਪ, ਕੰਪਿਊਟਰਸ ਦੇ ਉੱਤੇ ਵੀ ਯੂਜ਼ ਕਰ ਸਕਦੇ ਹਾਂ। ਤੇ ਦੋ ਇੰਪੋਰਟੈਂਟ ਟੈਲੀਗ੍ਰਾਮ ਦੇ ਆਪਣੇ ਵੈਬ ਬੇਸਡ ਐਪ ਨੇ, ਇੱਕ ਦਾ ਨਾਮ ਹੈ WebK, ਇੱਕ ਹੈ WebZ। ਸੋ ਇਹ ਦੋ ਆਪਾਂ ਨੇ ਨਾਮ ਯਾਦ ਰੱਖਣੇ ਹੈ। ਕੁਐਸਚਨ ਤੁਹਾਨੂੰ ਐਗਜ਼ਾਮ ਦੇ ਵਿੱਚ ਇਸ ਤਰ੍ਹਾਂ ਵੀ ਆ ਸਕਦਾ ਹੈ ਕਿ ਕਿਹੜੇ ਟੈਲੀਗ੍ਰਾਮ ਦੇ ਦੋ ਵੈਬ ਟਵਿਨ ਐਪ ਨੇ, ਜਾਂ ਫਿਰ WebK ਤੇ WebZ, ਇਹ ਟਵਿਨ ਐਪ ਕਿਹੜੇ ਇੰਸਟੈਂਟ ਮੈਸੇਜਿੰਗ ਐਪ ਪਲੇਟਫਾਰਮ ਦੇ ਨੇ। ਸੋ ਤੁਹਾਨੂੰ ਕਿਸੇ ਵੀ ਤਰ੍ਹਾਂ ਦੇ ਨਾਲ ਕੁਐਸਚਨ ਆ ਸਕਦਾ ਹੈ। ਸੋ ਆਪਾਂ ਲਾਸਟ ਵਿੱਚ ਗੱਲ ਕਰਾਂਗੇ ਸਕਾਈਪ ਦੀ। ਸਕਾਈਪ ਕੀ ਹੈ? ਇੱਕ ਟੈਲੀਕਮਿਊਨੀਕੇਸ਼ਨ ਐਪ ਹੈ। ਇਹਦੀ ਪਪੂਲੈਰਿਟੀ ਬਹੁਤ ਜ਼ਿਆਦਾ ਸੀ, ਤੇ ਪਹਿਲੀ ਵਾਰੀ ਇਹ ਅਗਸਤ 2003 ਵਿੱਚ ਰਿਲੀਜ਼ ਹੋਇਆ। ਤੇ ਇਹਨੂੰ ਕਿਹਨੇ ਰਿਲੀਜ਼ ਕੀਤਾ? 4 ਇਸਟੋਨੀਅਨ ਡਿਵੈਲਪਰ ਸੀ, ਤੇ ਉਹਨਾਂ ਚੋਂ ਦੋ ਇੰਪੋਰਟੈਂਟ ਸੀ, ਨਿਕਲਸ ਜ਼ੈਨਸਟ੍ਰੋਮ ਤੇ ਜੈਨਸ ਫ੍ਰਿਸ। ਸੋ ਇਹ ਆਪਣੇ ਨਾਮ ਯਾਦ ਰੱਖਣੇ ਆ ਕਿ ਕਿਹੜੇ ਐਪ ਨੂੰ ਇਸਟੋਨੀਅਨ ਡਿਵੈਲਪਰਸ ਨੇ ਡਿਵੈਲਪ ਕੀਤਾ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਜਿੰਨੇ ਵੀ ਬਾਕੀ ਇੰਪੋਰਟੈਂਟ ਐਪ ਨੇ ਉਹ ਸਾਰੇ ਅਮਰੀਕਾ ਬੇਸਡ ਨੇ। ਸੋ ਇਹ ਇਸਟੋਨੀਅਨ ਡਿਵੈਲਪਰਸ ਨੇ ਇਹਨੂੰ ਬਣਾਇਆ 2003 ਅਗਸਤ ਦੇ ਵਿੱਚ, ਤੇ ਸਤੰਬਰ 2005 ਵਿੱਚ ਇਹਨੂੰ eBay ਨਾਮ ਦੀ ਕੰਪਨੀ ਨੇ ਐਕਵਾਇਰ ਕਰ ਲਿਆ ਸੀ, ਡਾਲਰ ਕਿੰਨੇ? 2.6 ਬਿਲੀਅਨ ਦੇ। ਉਸ ਤੋਂ ਬਾਅਦ ਇੰਪੋਰਟੈਂਟ ਨਾਮ ਆਉਂਦਾ ਉਹਦੇ ਮਾਈਕਰੋਸਾਫਟ ਦਾ। ਮਈ 2011 ਦੇ ਵਿੱਚ $8.5 ਬਿਲੀਅਨ ਦੇ ਵਿੱਚ ਮਾਈਕਰੋਸਾਫਟ ਨੇ ਸਕਾਈਪ ਨੂੰ ਖਰੀਦ ਲਿਆ ਸੀ, ਤੇ ਉਹਨੂੰ ਰਿਪਲੇਸ ਕਰਤਾ ਸੀ, ਜਿਹੜਾ ਦਾ ਵਿੰਡੋ ਲਾਈਵ ਮੈਸੇਂਜਰ ਸੀ ਇਹਦੇ ਵਿੱਚ ਸਕਾਈਪ ਦੇ, ਉਹਨੂੰ ਮਾਈਕਰੋਸਾਫਟ ਨੇ ਰਿਪਲੇਸ ਕਰਤਾ ਸੀ। ਸੋ ਸਕਾਈਪ ਆਪਾਂ ਨੂੰ ਡੈਸਕਟਾਪ ਤੇ ਵੀ ਯੂਜ਼ ਕਰ ਸਕਦੇ ਹਾਂ, ਲੈਪਟਾਪ, ਕੰਪਿਊਟਰ ਤੇ, ਮੋਬਾਈਲ ਤੇ ਆਪਾਂ ਐਪ ਦੇ ਜ਼ਰੀਏ, ਤੇ ਵੀਡੀਓ ਗੇਮ ਕੰਸੋਲ ਪਲੇਟਫਾਰਮ ਵੀ ਹੈ। ਤੇ ਇਹਨੂੰ ਆਪਰੇਟ ਕੌਣ ਕਰਦਾ? ਸਕਾਈਪ ਟੈਕਨੋਲੋਜੀ। ਸਕਾਈਪ ਟੈਕਨੋਲੋਜੀ ਮਾਈਕਰੋਸਾਫਟ ਦੀ ਹੀ ਇੱਕ ਡਿਵੀਜ਼ਨ ਹੈ। ਸੋ ਇਹ ਆਪਾਂ ਨੇ ਯਾਦ ਰੱਖਣਾ। ਸੋ ਇਹ ਸੀ ਆਪਣੇ ਇੰਸਟੈਂਟ ਮੈਸੇਜਿੰਗ ਐਪ। ਆਈ ਹੋਪ ਤੁਹਾਨੂੰ ਪੂਰਾ ਟੌਪਿਕ ਚੰਗੀ ਤਰ੍ਹਾਂ ਸਮਝ ਆਇਆ ਹੈ। ਇਹਦੇ ਵਿੱਚੋਂ ਮੇਨ ਕੰਪਨੀਜ਼ ਦੇ ਨਾਮ, ਡਿਵੈਲਪਰਸ ਦੇ ਨਾਮ ਆਪਾਂ ਨੇ ਯਾਦ ਕਰਨੇ ਨੇ ਐਗਜ਼ਾਮ ਦੇ ਲਈ। And this was all about our today's lecture. Good luck and study well.